ਬੜਾ ਚਾਅ ਹੁੰਦਾ ਸੀ ਕਿ ਮਾਂ ਨਾਲ ਬਜ਼ੁਰਗਾਂ ਨਾਲ ਰਜ਼ਾਈ 'ਚ ਲੰਮੇ ਪੈ ਕੇ ਤੇ ਉਹਨਾਂ ਨਾਲ ਜ਼ਿੱਦ ਕਰਨੀ, ਕਹਾਣੀ ਸੁਣਾਓ, ਬਸ ਸਾਨੂੰ ਤੁਸੀਂ ਜਨਾਬ ਕਹਾਣੀ ਸੁਣਾਓ। ਤੋ ਫਿਰ ਉਹਨਾਂ ਨੇ ਨਾ ਜ਼ਿੱਦ ਸਾਡੀ ਮਨ ਮੁੰਨ ਲੈਣੀ। ਹਾਂਜੀ, ਬਾਤ ਕਾਤ ਹੋਣਾ ਕਿ ਚਲਗੋਜ਼ੇ ਮੂੰਗਫਲੀ, ਹੁਣ ਤੇ ਚਲਗੋਜ਼ੇ ਏਡੇ ਮਹਿੰਗੇ ਹੋ ਗਏ, 8,000 ਰੁਪਏ ਕਿਲੋ, ਤੇ ਕੀ ਕਿਸੇ ਨੇ ਖਾਣੇ ਤੇ ਕੀ ਪੀਣੇ। ਖੈਰ ਗੱਲ ਹੈ ਵੀ ਉਹ ਫਿਰ ਇਸ ਤਰ੍ਹਾਂ ਹੀ ਮੈਨੂੰ ਯਾਦ ਆ ਗਿਆ ਕਿ ਮੈਂ ਨਾ ਬਜ਼ੁਰਗਾਂ ਨਾਲ ਲੰਮੇ ਪਏ ਸਾਂ ਤੇ ਮੈਂ ਕਿਹਾ ਵੀ ਕਹਾਣੀ ਸੁਣਾਓ, ਤੇ ਉਹਨਾਂ ਨੇ ਕਿਹਾ ਮੈਂ ਤੁਹਾਨੂੰ ਇੱਕ ਕਹਾਣੀ ਸੁਣਾਉਣੀ ਆ ਜਿਹਦੇ 'ਚ ਇੱਕ ਮਾਈ ਦੇ 2 ਪੁੱਤਰ ਹੁੰਦੇ, ਇੱਕ ਬੜਾ ਹੀ ਸਿਆਣਾ ਤੇ ਇੱਕ ਓਨਾ ਹੀ ਨਲਾਇਕ ਮੇਰੇ ਵਰਗਾ। ਉਹ ਜਨਾਬ ਹੁੰਦਾ ਇਹ ਹੈ ਬਈ ਪਿੰਡ 'ਚ ਸਾਰੇ ਲੋਕ ਜਿਹੜੇ ਨੇ ਉਹ ਸੌਖੇ ਨਹੀਂ ਹੁੰਦੇ, ਕੁਛ ਮਾੜੇ ਵੀ ਹੁੰਦੇ, ਕੁਝ ਤਗੜੇ ਵੀ ਹੁੰਦੇ। ਇਹ ਮਾਈ ਦਾ ਬੰਦਾ ਮਰ ਗਿਆ ਸੀ, ਯਾਨੀ ਦੋਨਾਂ ਪੁੱਤਰਾਂ ਦਾ, ਬੱਚਿਆਂ ਉਹਦਿਆਂ ਦਾ ਬਾਪ ਮਰ ਗਿਆ ਸੀ। ਉਹਨੇ ਫਿਰ ਆਪਣੀ ਮਾੜੀ ਮੋਟੀ ਜਿਹੜੀ ਥੋੜੀ ਬਹੁਤ ਜ਼ਮੀਨ ਸੀ ਉਹਦੇ ਸਬਜ਼ੀਆਂ ਸੁਬਜ਼ੀਆਂ ਗੱਡ ਉਹ ਕਰ ਕੁਰ ਕੇ ਆਪਣਾ ਵੇਲਾ ਵਿਚਾਰੀ ਪੂਰਾ ਕਰਦੀ ਸੀ, ਤੇ ਬੜੇ ਮੁਸ਼ਕਿਲ ਹਾਲਾਤ ਸਨ ਉਹਦੇ। ਖੈਰ ਉਹਨੇ ਗੁਜ਼ਾਰਾ ਕੀਤਾ, ਆਪਣੇ ਬੱਚੇ ਪਾਲੇ। ਇੱਕ ਦਫਾ ਇੰਜ ਹੋਇਆ ਵੀ ਉਹਦਾ ਪੁੱਤਰ ਜਿਹੜਾ ਲਾਇਕ ਸੀ ਨਾ, ਜਿਹੜਾ ਚਲਾਕ ਹੁਸ਼ਿਆਰ ਸੀ, ਉਹ ਆਪਣੇ ਨਾਨਕੇ ਟੁਰ ਗਿਆ ਤੇ ਕੁਝ ਛੁੱਟੀਆਂ ਜੀਆਂ ਆ ਗਈਆਂ ਸਕੂਲੋਂ, ਤੇ ਉਹ 9ਵੀਂ 10ਵੀਂ 'ਚ ਪੜ੍ਹਦਾ ਸੀ ਤੇ ਉਹ ਚਲਾ ਗਿਆ। ਇਹ ਬਗਲੋਲ ਜਿਹੜਾ ਮੇਰੇ ਵਰਗਾ ਸੀ ਇਹ ਰਹਿ ਗਿਆ ਘਰ। ਇਹਨੇ ਜਨਾਬ ਮਾਂ ਨਾਲ ਅੱਖ ਚੋਤਾ ਇਸ ਗੱਲ ਤੇ ਕਿ ਮਾਈ ਸਾਰਿਆਂ ਨੂੰ ਮੋਟਰਸਾਈਕਲਾਂ ਨੇ ਮੁੰਡਿਆਂ ਕੋਲ, ਮੇਰੇ ਕੋਲ ਤਾਂ ਸਾਈਕਲ ਵੀ ਨਹੀਂ ਹੈਗੀ, ਮੈਂ ਕੋਈ ਮਤਲਬ ਗੱਲ ਹੈ ਕੋਈ, ਤੇ ਮੈਨੂੰ ਮੋਟਰਸਾਈਕਲ ਲੈ ਕੇ ਦੇ, ਜਿਸ ਤਰ੍ਹਾਂ ਵੀ ਹੈ ਮੈਂ ਮੋਟਰਸਾਈਕਲ ਲੈਣੀ ਹੈ। ਬੱਚੇ ਜ਼ਿੱਦ ਕਰਦੇ, ਉਹ ਮਤਲਬ ਲੋਕਾਂ ਦੀ ਦੇਖਾ ਦੇਖੀ, ਆਪਣੇ ਹਾਲਾਤ ਨਹੀਂ ਸਮਝਦੇ ਬੱਚੇ ਜੋ ਹੈ। ਉਹ ਫਿਰ ਮਾਈ ਨਾਲ ਬੜੀ ਸਾਰੀ ਜ਼ਿੱਦ ਕਰਦੀ ਪਈ। ਅੱਛਾ, ਮਾਈ ਅੱਗੋਂ ਸਮਝਾਉਣ ਬੁਝਾਉਣ ਦੇ ਸੀ, ਉਹ ਅੱਗੋਂ ਬੋਲਦਾ ਸੀ, ਬਾਹਰ ਆਵਾਜ਼ ਜਾਂਦੀ ਸੀ ਉਹਨਾਂ ਦੀ। ਉਹ ਬਾਹਰ ਨਾ ਉਹ ਬੜੇ ਠੱਗ ਸਨ, ਹਰਾਮਜ਼ਾਦੇ, ਉਹਨਾਂ ਨੇ ਦੇਖਿਆ ਘਰ 'ਚ ਸ਼ੋਰ ਹੁੰਦਾ, ਉਹਨਾਂ ਨੇ ਕੰਨ ਲਾ ਲਏ, ਗੱਲ ਸੁਣੀ ਤੇ ਉਹ ਵੀ ਇਹ ਜ਼ਿੱਦ ਕਰਦਾ ਪਿਆ ਤੇ ਮਾਈ ਹੁਣ ਵਿਚਾਰੀ ਮਜਬੂਰ ਹੋ ਜਾਣਾ ਹੈ। ਸਾਰਿਆਂ ਨੂੰ ਪਤਾ ਮਾਪੇ ਜਿਹੜੇ ਨੇ ਉਹ ਮਜਬੂਰ ਹੋ ਜਾਂਦੇ, ਔਲਾਦ ਹੈ, ਮੁਹੱਬਤ ਜੋ ਹੋਈ, ਮਤਲਬ ਆਪਣੇ ਦਿਲ ਦੇ ਟੁਕੜੇ ਦੀ ਗੱਲ, ਮਤਲਬ ਮਾਂ ਬਾਪ ਦੇ ਵੱਸ 'ਚ ਹੋਵੇ ਤੇ ਉਹ ਉਹਨੂੰ 7 ਬਾਦਸ਼ਾਹੀਆਂ ਨੂੰ ਹੀ ਬਖਸ਼ ਦੇਵੇ ਆਪਣੇ ਪੁੱਤਰ ਨੂੰ, ਆਪਣੇ ਬੱਚੇ ਨੂੰ। ਲੇਕਿਨ ਉਹ ਬਾਹਰ ਕੈਫ ਉਹ ਸੁਣਦੇ ਸੁਣਦੇ ਨੇ ਲਾ ਕੇ ਵਿੜਕ ਛਿੜਕ ਸਾਰੀ ਸੁਣ ਲਈ। ਹਾਂਜੀ, ਤੇ ਉਹ ਗੱਲ ਕੀਤੀ। ਆਖਰ ਮਾਈ ਨੇ ਕਿਹਾ ਵੀ ਹੁਣ ਇੰਜ ਕਰ, ਆਪਣੇ ਵੀਰ ਨੂੰ ਆ ਲੈਣ ਦੇ। ਤੇ ਉਹ ਕਹਿੰਦਾ ਮਾਈ ਆ ਵੇਖ, ਆ ਵੈੜੀ ਏ, ਇਹਨੂੰ ਵੇਚ, ਹਾਂਜੀ, ਆ ਤੇਰੇ ਕੋਲ ਤੂੰ ਕਮੇਟੀ ਪਾਈ ਏ, ਉਹਦੇ ਪੈਸੇ ਸ਼ੈਸੇ ਵਿੱਚ ਪਾ ਤੇ ਮੈਨੂੰ ਮੋਟਰਸਾਈਕਲ ਲੈ ਕੇ ਦੇ। ਉਹਨੇ ਕਿਹਾ ਅੱਛਾ ਪੁੱਤਰਾ, ਤੂੰ ਇੰਜ ਕਰ ਵੀ ਫਿਰ ਇਹ ਵੈੜੀ ਜਿਹੜੀ ਲੈ ਜਾ, ਆ ਕੋਲ ਸਾਡੇ ਥੈ ਪਿੰਡ ਏ, ਤੇ ਥੈ ਪਿੰਡ 'ਚ ਮੰਡੀ ਲੱਗਦੀ ਏ, ਤੇ ਤੂੰ ਸਵੇਰੇ ਇਹਨੂੰ ਲੈ ਜਾ, ਇਹਨੂੰ ਵੇਚ ਦੇ, ਮੈਂ ਪੈਸੇ ਸ਼ਹਿ ਪਾਉਣੀ ਆ, ਅੱਲਾ ਕਰੇ ਤੇਰੀ ਮੋਟਰਸਾਈਕਲ ਆ ਜਾਏ, ਤੂੰ ਰਾਜ਼ੀ ਹੋ ਜਾਏ ਤਾਂ ਖੁਸ਼ ਹੋ ਜਾਏ। ਪੁੱਤਰ ਤੇਰੀ ਖੁਸ਼ੀ ਤੋਂ ਵੱਧ ਮੈਨੂੰ ਕੀ ਏ, ਮੈਂ ਹੋਰ ਕੀ ਚਾਹਾਂਗੀ, ਮੈਂ ਤੇਰੀ ਮਾਂ ਵਾਂ। ਉਹ ਖੈਰ ਉਹਨਾਂ ਨੇ ਉਸ ਜਿਹੜੇ ਸਨ ਨਾ ਠੱਗ ਬੜੇ ਹਰਾਮਜ਼ਾਦੇ ਸਨ, ਬੜੇ ਉੱਲੂ ਦੇ ਪੱਠੇ ਸਨ, ਇਹ ਬੜੇ ਚਲਾਕ ਹੁੰਦੇ, ਹੁਸ਼ਿਆਰ ਕੌਮ ਹੁੰਦੀ। ਇਹਨਾਂ ਦਾ ਕੰਮ ਹੀ ਲੋਕਾਂ ਨਾਲ ਧੋਖੇ ਕਰਨਾ, ਫਰਾਡ ਕਰਨਾ, ਰੋਟੀ ਇੰਜ ਸਿੱਧੀ ਕਰਨੀ ਆਪਣੀ। ਹੁਣ ਖੈਰ ਸੁਣਦੇ ਰਹੇ। ਉਹਨਾਂ ਨੇ ਕਿਹਾ ਹੁਣ ਸਵੇਰੇ ਇਹ ਵਿੜਕ ਰੱਖਣੀ ਇੱਕ ਬੰਦਾ, ਤੇ ਇਹ ਜੋਟੀ ਸੀ 4 ਬੰਦਿਆਂ ਦੀ, ਇਹ 4 ਠੱਗ ਸਨ। ਸਵੇਰ ਹੋਈ, ਉਹਨਾਂ ਨੇ ਵੇਖਿਆ ਵੀ ਉਹ ਵੈੜੀ ਸ਼ੈੜੀ ਸਿੱਧੀ ਪੱਧਰੀ ਕਰਦਾ ਪਿਆ, ਉਹ ਲਿਆ ਕੇ ਤੇ ਲਿਜਾਣ, ਜਦੋਂ ਤੁਰ ਪਏ ਤੇ ਉਹ ਦੌੜ ਦਾੜ ਕੇ ਨਾ ਰਸਤੇ 'ਚ ਬਹਿ ਗਏ ਉਹਦੇ ਰਾਹ 'ਚ।
ਇੱਕ ਠੱਗ ਇੱਥੇ ਬਹਿ ਗਿਆ, ਇੱਕ ਫਿਰ ਫੁਰਲਾਂਗ 2 ਫੁਰਲਾਂਗ ਇੱਕ ਤੀਜਾ ਅਗਾਂਹ ਬਹਿ ਗਿਆ। ਇਹ ਵੈੜੀ ਲੈ ਕੇ ਬੜਾ ਚਾਈ ਰੱਜਦਾ ਰਾਜੀ ਬਾਜੀ ਜਨਾਬ ਕਿ ਹੁਣ ਮੈਂ ਇਹਨੂੰ ਜਾ ਕੇ ਉੱਥੇ ਢਾਹ ਲਾਉਣਾ, ਮੰਡੀ 'ਚ ਵੇਚ ਵੂਚ ਆਉਣਾ, ਤੇ ਮੇਰੀ ਮਾਂ ਨੇ ਆਪਣੀ ਕਮੇਟੀ ਦੇ ਵਿੱਚ ਪੈਸੇ ਪਾ ਪੂ ਕੇ ਤੇ ਮੈਨੂੰ ਮੋਟਰਸਾਈਕਲ ਲੈ ਦੇਣੀ ਹੈ, ਤੇ ਮੈਂ ਵੀ ਲੋਕਾਂ ਵਰਗੂ ਮੋਟਰਸਾਈਕਲ ਦੇ ਝੂਟੇ ਛਾਟੇ ਲਾਂਗਾ। ਉਹ ਜਨਾਬ ਇਹ ਗੱਲ ਉਹਦੇ ਦਿਲ 'ਚ। ਖੈਰ ਉਹ ਜਦੋਂ ਗਿਆ ਤੇ ਪਹਿਲਾ ਜਿਹੜਾ ਠੱਗ ਸੀ ਨਾ ਉਹ ਰਾਜ ਬੈਠਾ ਸੀ ਪਹਿਲੇ ਸਭ ਤੋਂ। ਉਹਨੇ ਕਿਹਾ ਭਾਈ ਇਹ ਖੋਤੀ ਵੇਚਣੀ ਹੈ। ਉਹ ਕਾਕਾ ਖੋਤੀ ਵੇਚ ਲਈ? ਤੇ ਉਹ ਕਹਿੰਦਾ ਬਈ ਕਿਹੜੀ ਖੋਤੀ? ਇਹ ਤੇ ਵਹਿੜੀ ਹੈ, ਤੈਨੂੰ ਅੰਨਾ ਤੈਨੂੰ ਦੀਦਾ ਨਹੀਂ? ਉਹਨੇ ਕਿਹਾ ਉਹ ਜਿਹਾ ਕੰਮ ਕਰਕੇ ਤੇ ਖੋਤੀ ਲਈ ਫਿਰਦਾ, ਉਹਨੂੰ ਵਹਿੜੀ ਬਣਾਈ ਫਿਰਦਾ ਚਵਲਾ ਜਿਹਾ। ਉਹਨੇ ਏਡਾ ਪੱਕਾ ਜਿਹਾ ਪੀੜਾ ਜਿਹਾ ਮੂੰਹ ਕਰਕੇ ਕਿਹਾ, ਮੁੰਡਾ ਸੋਚਣ ਲੱਗ ਗਿਆ ਵੀ ਮੈਂ ਕਿਸੇ ਇਹ ਤੇ ਨਹੀਂ ਹੋਇਆ ਜਿਹੜੀ ਸਾਡੀ ਖੋਤੀ ਸੀ ਉਹ ਖੋਲ ਕੇ ਲੈ ਆਂਦੀ ਹੋਵੇ ਤੇ ਵਹਿੜੀ ਉੱਥੇ ਹੀ ਛੱਡ ਆਇਆ ਉਹ। ਤੇ ਮੈਨੂੰ ਕਿਉਂਕਿ ਚਾਅ ਹੀ ਬੜਾ ਤੇ ਮੈਂ ਕਿਤੇ ਖੋਤੀ ਨੂੰ ਵਹਿੜੀ ਤੇ ਨਹੀਂ ਬਣਾਈ ਫਿਰਦਾ। ਖੈਰ ਉਹਨੇ ਕਿਹਾ ਐਵੇਂ ਚੱਲ ਬੰਦਾ ਚਵਲਾਂ ਨਾ ਮਾਰ, ਮੈਨੂੰ ਆਖਰ ਕੋਈ ਖੋਤੀ ਲੈ ਜਾਂਦਾ ਵੇਖੇਗਾ ਤੇ ਮੈਨੂੰ ਹੋਰ ਵੀ ਤਾਂ ਕੋਈ ਕਹੇਗਾ ਨਾ ਵੀ ਤੂੰ ਖੋਤੀ ਜਾਣਦੇ ਲਈ ਜਾਂਦਾ ਕਿੱਥੇ। ਖੈਰ ਅੱਗੇ ਗਏ, ਦੂਜਾ ਠੱਗ ਟੱਕਰਿਆ। ਉਹਨੇ ਕਿਹਾ ਉਹ ਕਾਕਾ ਓਏ ਸੋਹਣਿਆ ਓਏ ਖੋਤੀ ਬੜੀ ਜ਼ਬਰਦਸਤ ਯਾਰ ਵੇਚਣੀ ਹੋ? ਉਹਨੇ ਕਿਹਾ ਮਾਰੇ ਗਏ ਇਹ ਵੀ ਕਹਿੰਦਾ ਖੋਤੀ, ਇਹ ਬੰਦਾ ਵੀ। ਹੁਣ ਸਾਰੇ ਤਾਂ ਨਹੀਂ ਨਾ ਪਾਗਲ ਹੋਏ। ਇਸ ਤਰ੍ਹਾਂ ਤੀਜੇ ਨੇ ਵੀ ਇੰਝ ਜਨਾਬ ਦੋ ਕਰੂ ਗਿਆ ਤੇ ਅੱਗੇ ਉਹ ਵੀ ਟੱਕਰ ਪੈਂਦਾ, ਤੀਜਾ ਵੀ। ਆਖਰੀ ਚੌਥੇ ਨੇ ਜਦੋਂ ਆਖਿਆ ਨਾ ਉਹ ਭਾਈ ਉਹ ਕਹੇ ਖੋਤੀ ਵੇਚ ਲੈ। ਉਹਨੇ ਕਹਾ ਮਾਰੇ ਗਏ ਚਲੋ ਖੋਤੀ ਵੇਚਨੇ ਭੈਣ ਜੋ ਕਿ ਯੱਬ ਹੈ। ਖੈਰ ਯਾਰ ਮੇਰੇ ਮੂੰਹ ਗਾਲ ਨਿਕਲ ਗਈ ਤੇ ਮਾਫ ਕਰਨਾ ਹੈ। ਤੋ ਸਾਨੂੰ ਅਸੀਂ ਪੰਜਾਬੀ ਹੈ ਨਾ, ਪੰਜਾਬੀ ਮਤਲਬ ਥੋੜ੍ਹਾ ਕੰਮ ਖਰਾਬ ਕਰ ਹੀ ਲੈਂਦੇ ਨੇ। ਤੇ ਉਹ ਨਾ ਉਹਨੇ ਚੌਥੇ ਆਖਿਆ ਤੇ ਇਹਨੇ ਫਿਰ ਕਿਹਾ ਵੀ ਹਾਂ ਮੈਂ ਵੇਚਣੀ। ਚੰਗੇ ਸਸਤੇ ਵੇਲੇ ਸਨ ਹਾਂਜੀ, ਤੇ ਮੋਟਰਸਾਈਕਲ ਉਦੋਂ 12-13 ਹਜ਼ਾਰ ਦੀ ਆ ਜਾਂਦੀ ਸੀ, ਹੁਣ ਤੇ ਲੱਖਾਂ ਰੁਪਏ ਟੁਰ ਗਈ। ਹਾਂਜੀ ਹੁਣ ਤੇ ਤੁਸੀਂ 1 to 5 ਜਾਂ CD70 ਔਰ ਪਤਾ ਨਹੀਂ ਕੀ ਯਾਮਾ ਯੂਮਾ ਹਾ ਤੇ ਮੈਂ ਹੁਣ ਕਦੀ ਵੇਖੀ ਨਹੀਂ। ਖੈਰ ਉਹ ਨਾ ਹੋਂਡਾ ਸ਼ੋਂਡਾ ਹੀ ਜ਼ਿਆਦਾ ਲੋਕ ਲਈ ਫਿਰਦੇ ਨੇ। ਉਹ ਖੈਰ ਉਹਨੇ ਕਿਹਾ ਸੌਦਾ ਮੁੱਕ ਗਿਆ ਉਹਨਾਂ ਦਾ। ਹਾਂਜੀ ਉਹ ਗੱਲ ਮੁੱਕਦੀ ਮੁੱਕ ਗਈ 1200-1300 ਰੁਪਈਆ, 1250 ਪੌਣੇ 1300 ਗੱਲ ਮੁੱਕ ਗਈ। ਉਹਨੇ ਜੇਬ 'ਚ ਪੈਸੇ ਤੇ ਵਾਪਸ ਆ ਗਿਆ ਤੇ ਉਹ ਫਿਰ ਖੈਰ ਉਹਨੇ ਆ ਕੇ ਮਾਈ ਨੂੰ ਕਿਹਾ ਵੀ ਮਾਂ ਮੈਂ ਗਲਤੀ ਨਾਲ ਖੋਤੀ ਲੈ ਗਿਆ ਤੇ ਮੈਂ ਵੇਚ ਆਈ। ਉਹਨੇ ਕਿਹਾ ਖੋਤੀ ਤੇ ਉਹ ਖਲੋਤੀ ਏ ਡੇਰੇ ਤੇ, ਤੂੰ ਕੀ ਕਰਨਾ? ਮੈਂ ਕੀ ਕਰਨਾ ਚਵਲਾ ਜਾ, ਤੂੰ ਵਹਿੜੀ ਲੈ ਕੇ ਗਿਆ? ਉਹ ਵਹਿੜੀ ਖੋਤੀ ਦੇ ਮੁੱਲ 'ਚ ਵੇਚ ਕੇ ਘਰ। ਉਹ ਭਰਾ ਉਹਦਾ ਜਿਹੜਾ ਨਵਾਂ ਅਚਾਨਕ ਉਹਨੇ ਰਹਿਣਾ ਤੇ ਸੀ ਉੱਥੇ ਕੁਝ ਦਿਨ, ਉਹ ਆ ਗਿਆ ਜਿਹੜਾ ਬੜਾ ਚਲਾਕ ਹੁਸ਼ਿਆਰ ਸੀ। ਉਹਨੇ ਆ ਕੇ ਜਨਾਬ ਜਦੋਂ ਗੱਲ ਸੁਣੀ ਉਹਨੇ ਕਿਹਾ ਜਾ ਤੇਰਾ ਬੇੜਾ ਕਰੋ ਚਵਲਾ ਜਿਹਾ, ਤੈਨੂੰ ਅਕਲ ਹੀ ਨਹੀਂ ਰਹਿਣੀ, ਸਾਰੀ ਉਮਰ ਤੂੰ ਇੰਝ ਹੀ ਲੁੱਟਿਆ ਪੁੱਟਿਆ ਜਾਣਾ ਤੇ ਵਿਆਹ ਸ਼ਿਆ ਜਾਣਾ, ਤੇਰੀ ਬੁੱਢੀ ਨੇ ਤੈਨੂੰ ਵੇਚ ਕੇ ਖਾ ਜਾਣਾ। ਖੈਰ ਉਹਨੇ ਕਿਹਾ ਅੱਛਾ ਮੈਂ ਕਰਨਾ ਇਹਨਾਂ ਦਾ ਸੌਦਾ, ਸੂਤਰ ਕਰਨਾ ਮੈਂ। ਉਹ ਜਨਾਬ ਸੱਤੀਆਂ ਦੀ ਰਾਤਾਂ ਲੰਮੀਆਂ ਹੁੰਦੀਆਂ ਕਹਾਣੀਆਂ ਜਿਹੜੀਆਂ ਮਾਈਆਂ ਬਾਬੇ ਸੁਣਦੇ ਬੜੀ ਲੰਮੀਆਂ ਕਹਾਣੀਆਂ ਹੁੰਦੀਆਂ ਸੀ। ਖੈਰ ਉਹ ਜਨਾਬ ਮੈਂ ਵੀ ਤੁਹਾਨੂੰ ਦੇਣੀ ਤੌਰ 'ਤੇ ਤਿਆਰ ਕਰਨਾ ਵੀ ਤੁਹਾਨੂੰ ਮੇਰੀ ਕਹਾਣੀ ਤੇ ਪੂਰੀ ਸੁਣ ਲਓ ਨਾ। ਉਹ ਆ ਗਿਆ, ਉਹਨੇ ਕਿਹਾ ਯਾਰ ਮੈਂ ਕੋਈ ਸੂਤਰ ਕਰਨਾ। ਉਹਨੇ ਕਿਹਾ ਕਿਸ ਪਾਸੇ ਨੂੰ ਗਏ ਸਨ ਉਹ ਜਿਹੜਾ ਉਹ ਆਪਣਾ ਖੋਤੀ ਸ਼ੋਤੀ ਲੈ ਕੇ ਤੂੰ ਤੇ ਬੈਠਦੇ ਹੈ, ਉਹ ਬੈੜੀ ਸੀ ਜਾਂ ਖੋਤੀ ਜੋ ਵੀ, ਤੂੰ ਕਿੱਧਰ ਲੈ ਗਏ ਸੀ, ਕਿਹ ਨੂੰ ਗਏ ਸਨ? ਉਹਨੇ ਕਿਹਾ ਲਹਿੰਦੇ ਵੱਲ ਨੂੰ, ਜਿਹੜਾ ਇੱਧਰ ਨੂੰ ਗਏ ਸਨ। ਉਹ ਲੋਕਾਂ ਕੋਲ ਪੁੱਛ ਪੁਛਾ ਇੱਧਰੋਂ ਲਾਉਂਦਿਆਂ ਵੇਖਿਆ। ਉਹਨੇ ਕਿਹਾ ਹੋਏ ਤੇ ਵਹਿੜੀ ਲੈ ਜਾਂਦੇ ਬੰਦੇ ਵੇਖੇ ਅਸੀਂ, 4 ਬੰਦੇ ਸਨ। ਉਹ ਸਾਰੇ ਇਕੱਠੇ ਹੋ ਗਏ ਨਾ, ਫਿਰ ਹੈ ਜੀ ਠੱਗ ਸਨ ਹਰਾਮ ਦੇ। ਉਹ ਖੈਰ ਉੱਥੇ ਪਹੁੰਚ ਗਿਆ, ਉੱਥੇ ਅਪੜ ਕੇ ਉਹਨੇ ਉਹ ਖੋਤੀ ਲੈ ਗਿਆ ਸੀ। ਉੱਥੇ ਜਾ ਕੇ ਤੇ ਉਹਨੇ ਕਿਹਾ ਯਾਰ ਮੈਂ ਪਰਦੇਸੀ ਹਾਂ,
ਮੈਨੂੰ ਤੁਸੀਂ ਇੰਨਾ ਕਰੋ ਸੂਤਰ ਕੰਮ ਕਿ ਮੈਂ ਰਾਤ ਇੱਥੇ ਰਹਿਣਾ। ਉਹਨੇ ਕਿਹਾ ਰੋਜ਼ ਐਸ਼ ਕਰੋ, ਕੋਈ ਗੱਲ ਨਹੀਂ। ਉਹਨੇ ਕਿਹਾ ਯਾਰ ਮੇਰੀ ਖੋਤੀ ਦਾ ਬਹੁਤ ਖਿਆਲ ਰੱਖਣਾ। ਇਹਨੇ ਕਿਹਾ ਖੋਤੀ ਦਾ ਖਿਆਲ ਰੱਖਣਾ ਕੀ ਮਤਲਬ? ਇੱਥੇ ਬੰਨ੍ਹ ਡੰਗਰਾਂ 'ਚ, ਇੱਥੇ ਬੱਝੇ ਬਾਕੀ ਡੰਗਰ ਇੱਥੇ ਬੰਨ੍ਹਦੇ ਪੱਠੇ 'ਚ ਪਾ ਰਹੇ। ਉਹਨੇ ਕਿਹਾ ਨਹੀਂ, ਇਹ ਖੋਤੀ ਜਦੋਂ ਸਵੇਰੇ ਪਹਿਲੀ ਲਿੱਦ ਕਰਦੀ ਨਾ, ਉਹਦੇ 'ਚ ਸੋਨਾ ਨਿਕਲਦਾ। ਉਹਨਾਂ ਕੋਲ ਜਾ ਚਵਲਾ ਮਾਰਨ ਦਿਆ। ਉਹ ਇੱਕ ਸੋਨੇ ਦੀ ਪੱਤਰੀ ਜੀ ਨਾਲ ਲੈ ਗਿਆ ਸੀ। ਉਹ ਸਵੇਰ ਹੋਈ ਤੇ ਉਹ ਜਨਾਬ ਆਪਣੀ ਝੋਲੀ ਇੰਝ ਕਰਕੇ ਉਹ ਲਿੱਦ ਕਰਨ ਲੱਗੀ, ਥੱਲੇ ਰੱਖ ਕੇ ਲਿੱਦ ਮਲ ਮੁਲ ਕੇ ਉਹਨੇ ਵਿੱਚ ਚਲਾਕੀ ਨਾਲ ਐਲਾ ਸੋਨਾ। ਉਹ ਜਨਾਬ ਉਹਨਾਂ ਨੇ ਕਿਹਾ ਵੀ ਵਾਕਈ ਭੈਣ ਸੱਚਮੁੱਚ ਸੋਨਾ ਆ ਗਿਆ। ਉਹ ਖੈਰ ਉਹਨਾਂ ਨੇ ਕਿਹਾ ਜੀ ਇਹ ਤੂੰ ਖੋਤੀ ਵੇਚ ਦੇ। ਉਹਨੇ ਕਿਹਾ ਵੀ ਮੈਂ ਖੋਤੀ ਵੇਚਣ ਵਾਲੀ ਨਹੀਂ, ਮੈਂ ਨਹੀਂ ਵੇਚਣੀ ਭਾਈ। ਉਹਨਾਂ ਨੇ ਬੜੀ ਜ਼ਿੱਦ ਕੀਤੀ। ਉਹ ਜਨਾਬ 32,000 ਰੁਪਏ ਦੀ ਖੋਤੀ ਵੇਚ ਕੇ ਘਰ ਆ ਗਿਆ। ਅਗਲੇ ਦਿਨ ਜਨਾਬ ਅਲੀ ਉਹ ਹੁਣ ਅਗਲਾ ਦਿਨ ਹੋਣਾ ਸੀ ਤੇ ਉਹ ਲਿੱਦ ਮਲਣੀ ਸੀ ਤੇ ਸੋਨਾ ਕੱਢਣਾ ਸੀ। ਉਹ ਤੇ ਖੋਤੀ ਦਾ ਫਿਰ ਨਿਕਲਣਾ ਸੀ। ਉਹ ਤੇ ਚਲਾਕੀ ਸੀ। ਹੁਣ ਇਹਨਾਂ ਨੇ ਉਹਨੂੰ ਹੱਥ ਫੇਰਿਆ ਸੀ ਤੇ ਉਹਨੇ ਇਹਨੂੰ ਹੱਥ ਫੇਰ ਦਿੱਤਾ। ਉਹ ਜਨਾਬ ਉਹ ਸਾਰੇ ਬੜੇ ਪਰੇਸ਼ਾਨ ਵੀ। ਉਹ ਜੋ ਲਿੱਦ ਮਲੀ ਮੁਲੀ ਕੱਖ ਨਾ ਨਿਕਲਿਆ। ਉਹਨੇ ਕਿਹਾ ਯਾਰ ਉਹ ਤੇ ਫਰਾਡ ਕਰਕੇ ਟੁਰ ਗਿਆ ਸਾਡੇ ਨਾਲ। ਹਾਂਜੀ, ਉਹ ਤੇ ਫਰਾਡ ਕਰਕੇ ਟੁਰ ਗਿਆ। ਉਹ ਜਨਾਬ ਉਹ ਕਹਿਣ ਲੱਗੇ ਅੱਛਾ ਇਹਦਾ ਪਤਾ ਕਰਨੇ। ਉਹਨਾਂ ਨੇ ਸੂਸਾ ਲਾ ਲੂ ਕੇ ਇਹਨੇ ਡੇਰੇ ਡੂਰੇ ਪਹੁੰਚ ਕੇ ਆ ਕੇ ਉਹਨਾਂ ਨੇ ਕਿਹਾ ਤੂੰ ਸਾਡੇ ਨਾਲ ਚੱਕਰ ਚਲਾ ਕੇ ਆਇਆ। ਉਹਨੇ ਕਿਹਾ ਕੀ ਚੱਕਰ ਚਲਾਇਆ? ਉਹਨੇ ਕਿਹਾ ਚੱਕਰ ਕੀ ਚਲਾਣਾ? ਤੇ ਮੇਰਾ ਖਿਆਲ ਹੈ ਲੱਲੂ ਤੇ ਠੱਗ ਉਹ ਕਹਾਣੀ ਜਿਹੜੀ ਨਾ ਜੀ ਉਹ ਵਿਚਕਾਰੋਂ ਹੀ ਛੁੱਟ ਗਈ ਸੀ। ਉਹਦੀ ਵਜ੍ਹਾ ਕਿ ਲੰਬੀ ਹੋ ਗਈ ਸੀ। ਤੇ ਮੁਖਤਸਰ ਗੱਲ ਇਹ ਹੈ ਕਿ ਜਦੋਂ ਉਹਨਾਂ ਦਾ ਭਰਾ ਬਦਲਾ ਲੈਣ ਲਈ ਔਰ ਜਾ ਕੇ ਜਿਹੜਾ ਜ਼ੁਲਮ ਇਹਨਾਂ ਨਾਲ ਹੋਇਆ ਹੁੰਦਾ ਹੈ ਯਤੀਮਾਂ ਨਾਲ, ਯਤੀਮ ਹੁੰਦੇ ਨੇ, ਪਿਓ ਮਰ ਗਿਆ ਹੁੰਦਾ ਵਿਚਾਰਿਆਂ ਦਾ। ਤੋ ਉਹ ਤੁਸੀਂ ਪਿਛਲੀ ਅਗਰ ਵੀਡੀਓ ਵੇਖੋਗੇ ਤਾਂ ਫਿਰ ਤੁਹਾਨੂੰ ਕੰਟੀਨਿਊਟੀ ਬਣੇਗੀ, ਤਸਲਸਲ ਸਮਝ ਆਏਗੀ ਗੱਲ ਕੀ ਹੈ। ਬਾਹਰ ਮੁਖਤਸਰ ਇਹ ਹੈ ਉਹ ਫਿਰ ਜਦੋਂ ਉਹ ਖੋਤੀ ਉੱਥੇ ਉਹਨਾਂ ਨੂੰ ਬੜੇ ਮਹਿੰਗੇ ਮੁੱਲ 'ਚ ਠੇਲ ਕੇ ਆ ਜਾਂਦਾ ਹੈ ਤਾਂ ਉਹ ਫਿਰ ਇਹਦੇ ਪਿੱਛੇ ਆਉਂਦੇ ਨੇ। ਇਹਨੂੰ ਪਤਾ ਹੁੰਦਾ ਕਿ ਉਹ ਮੇਰੇ ਪਿੱਛੇ ਜ਼ਰੂਰ ਮੇਰਾ ਪਿੱਛਾ ਕਰਨਗੇ। ਇਹਨੇ ਉੱਥੇ ਉਹਨਾਂ ਦੀ ਆਵਾਜ਼ ਕੈਚ ਕਰਨ ਲਈ ਨਾ ਉੱਥੇ ਸਾਰਾ ਅਰੇਂਜਮੈਂਟ ਉਹਨੇ ਰੱਖਿਆ ਹੁੰਦਾ ਆਪਣੇ ਕੋਲ ਨਾ। ਖੈਰ ਉਹ ਆਉਂਦੇ ਨੇ ਆ ਕੇ ਤੇ ਇਹ ਉਹਨਾਂ ਦੀ ਬੜੀ ਸੇਵਾ ਸੇਵਾ ਕਰਦਾ, ਦੁੱਧ ਸ਼ੁੱਧ ਜਲੇਬੀਆਂ ਖਵਾਉਂਦਾ ਤੇ ਘਰ ਜਾ ਕੇ ਤੇ ਉਹ ਪੁਲਿਸ ਨੂੰ ਵੀ ਇਤਲਾਹ ਕਰ ਦਿੰਦਾ, ਫੋਨ ਕਰਦਾ ਵੀ ਆ ਜਾਓ ਜ਼ਰਾ ਤੁਸੀਂ। ਇੱਧਰੋਂ ਇਹਨਾਂ ਨਾਲ ਗੱਲ ਕਰਦਾ ਹੈ। ਇਹ ਸਾਰੀ ਗੱਲਾਂ ਮੰਨਦੇ ਨੇ ਕਿ ਅਸੀਂ ਵਾਕਈ ਇਹ ਕੀਤਾ ਸਾਡੇ ਨਾਲ, ਵੀ ਤੂੰ ਵੀ ਆ ਹੱਥ ਕੀਤਾ ਸੀ, ਤੁਹਾਡੇ ਇਹ ਹੱਥ ਕੀਤਾ ਸੀ। ਇਹ ਰਿਕਾਰਡਿੰਗ ਉਹਨਾਂ ਨੂੰ ਨਹੀਂ ਪਤਾ ਹੁੰਦਾ ਵੀ ਇਹਦੀ ਅਸੀਂ ਜਿਹੜੀ ਗੁਫ਼ਤਗੂ ਕਰਦੇ ਪਏ ਹਾਂ ਰਿਕਾਰਡ ਹੋ ਰਹੀ ਹੈ। ਇਹ ਰਿਕਾਰਡਿੰਗ ਦਾ ਕੰਮ ਕੋਈ ਨਵਾਂ ਨਹੀਂ ਹੈਗਾ, ਇਹ ਬੜਾ ਪੁਰਾਣਾ ਕੰਮ ਹੈ। ਲੋਕ ਜਿਹੜੇ ਨੇ ਉਹ ਫਿਰ ਮਤਲਬ ਐਵੀਡੈਂਸ ਜਿਹੜਾ ਨਾ ਉਹ ਬਣਾ ਲੈਂਦੇ ਨੇ। ਉਹ ਫਿਰ ਇਸ ਤਰ੍ਹਾਂ ਹੀ ਹੁੰਦਾ ਹੈ ਕਿ ਇਹ ਰਿਕਾਰਡ ਹੋ ਜਾਂਦੀ ਸਾਰੀ ਗੁਫ਼ਤਗੂ। ਇਖਤਸਾਰ ਨਾਲ ਇਹ ਹੈ ਕਿ ਜਦੋਂ ਇਹ ਐਡਮਿਟ ਕਰ ਲੈਂਦੇ ਨੇ ਕਿ ਅਸੀਂ ਇਸ ਬੱਚੇ ਨੂੰ ਧੋਖਾ ਦੇ ਕੇ ਇਹਦੀ ਵਹਿੜੀ ਖੋਤੀ ਦੇ ਮੋਲੇ ਦੇ ਕੋਲ ਖਰੀਦੀ ਅਸੀਂ ਲੱਲੂ ਕੋਲੋਂ, ਅਤੇ ਉਹ ਸਾਰੀ ਰਿਕਾਰਡਿੰਗ ਇਹਦੇ ਕੋਲ ਹੁੰਦੀ। ਪੁਲਿਸ ਆਉਂਦੀ ਹੈ, ਉਹ ਉਹਨਾਂ ਨੂੰ ਕਹਿੰਦਾ ਜੀ ਇਹਨਾਂ ਨੂੰ ਇਹ ਜੇ ਮੁਜਰਮ ਅਤੇ ਇਹਨਾਂ ਨੇ ਇਹ ਇਕਰਾਰ ਕੀਤਾ ਜੇ ਅਤੇ ਇਹ ਸਾਰਾ ਸਿਲਸਿਲਾ ਹੈ, ਮੈਂ ਆਹ ਕੀਤਾ ਹੈ, ਖੋਤੀ ਇਹਨਾਂ ਨੂੰ ਇਸ ਤਰ੍ਹਾਂ ਦਿੱਤੀ ਸੀ, ਹੁਣ ਤੁਸੀਂ ਇਹਦਾ ਇਨਸਾਫ ਕਰੋ। ਉਹ ਕਹਿੰਦੇ ਨੇ ਇਨਸਾਫ ਤੇ ਹੁਣ ਅਦਾਲਤ ਹੀ ਕਰੇਗੀ, ਅਸੀਂ ਤੇ ਅਰੈਸਟ ਕਰਾਂਗੇ ਇਹਨਾਂ ਨੂੰ। ਇਹਨਾਂ ਨੇ ਜ਼ੁਲਮ ਕੀਤਾ ਇਸ ਯਤੀਮ ਬੱਚੇ ਨਾਲ, ਨਿੱਕੇ ਜਿਹੇ ਨਾਲ, ਜਿਹੜਾ ਕਿ ਵਿਚਾਰਾ ਮੋਟਰਸਾਈਕਲ ਲੈਣਾ ਚਾਹੁੰਦਾ ਸੀ। ਆਪਣੀ ਮਾਂ ਨੇ ਆਪਣੀ ਮੁਹੱਬਤ ਵਿੱਚ ਵਹਿੜੀ ਵੀ ਇਹਨੇ ਜਾ ਕੇ ਵੇਚਤੀ ਖੋਤੀ ਦੇ ਮੁੱਲ। ਅਤੇ ਇਹ ਜਨਾਬ ਇਹ ਲੱਲੂ ਦੀ ਕਹਾਣੀ ਜਿਹੜੀ ਨਾ ਇੰਝ ਆਪਣੇ ਅੰਜਾਮ ਨੂੰ ਪਹੁੰਚਦੀ ਹੈ ਅਤੇ ਉਹ ਪੁਲਿਸ ਉਹਨਾਂ ਨੂੰ ਗ੍ਰਿਫਤਾਰ ਕਰਕੇ ਲੈ ਜਾਂਦੀ ਹੈ। ਹਾਂਜੀ, ਅਤੇ ਟਿਟ ਫਾਰ ਟੈਟ, ਹਾਂਜੀ, ਅਦਲੇ ਦਾ ਬਦਲਾ ਇਹ ਕੁਦਰਤ ਦਾ ਸਿਲਸਿਲਾ ਹੈ। ਅਤੇ ਇਜਾਜ਼ਤ ਦਿਓ, ਬਹੁਤ ਮਿਹਰਬਾਨੀ, ਜਿਉਂਦੇ ਵਸਦੇ ਰਹੋ। ਪਿਛਲੀ ਜਿਹੜੀ ਵੀਡੀਓ ਹੈ ਮੈਂ ਮੇਰਾ ਖਿਆਲ ਹੈ ਕਿ ਉਹਨੂੰ ਇਹਦੇ ਨਾਲ ਜੋੜ ਦੇਵਾਂ ਤਾਂ ਕਿ ਤੁਸੀਂ ਇੱਕ ਵਾਰੀ ਫਿਰ ਵੇਖ ਲਓ। ਜਿਉਂਦੇ ਰਹੋ, ਵਸਦੇ ਰਹੋ, ਲੱਲੂ ਅਤੇ ਠੱਗ। ਜਨਾਬ ਇਹ ਉਰਦੂ ਨਗਰ ਤੋਂ ਸਾਡਾ ਜਿਹੜਾ ਚੈਨਲ ਜਿਹੜਾ ਪੀਪਲ ਐਂਡ ਵੀਲੋਗਸ ਦੀ ਕੈਟਾਗਰੀ ਤੋਂ ਮੁਤਲਕ ਹੈ। ਐਵੇਂ ਗੱਪਾਂ ਛੱਪਾਂ ਠੱਪਾਂ ਵਕਤ ਜਿਹੜਾ ਬੁੱਢੇ ਬਾਰੇ
ਐਵੇਂ ਗੁਜ਼ਾਰਨ ਦੀ ਕੋਸ਼ਿਸ਼ ਕਰੀ ਦੀ ਹੈ। ਤੁਹਾਨੂੰ ਕਿਹੜੀ ਚੀਜ਼ ਵੇਖਣੀ ਚਾਹੁੰਦੇ ਹੋ, ਕਿਸ ਤਰ੍ਹਾਂ ਦੀ ਵੇਖਣੀ ਚਾਹੁੰਦੇ ਹੋ? ਹਾਂਜੀ, ਜਗ ਬੀਤੀ ਗੱਲਾਂ ਚੰਗੀਆਂ ਲੱਗਦੀਆਂ ਨੇ ਕਿ ਹੱਡ ਬੀਤੀ ਸਾਡੇ ਨਾਲ ਸ਼ੇਅਰ ਕਰਿਆ ਕਰੋ, ਅਤੇ ਅਸੀਂ ਫਿਰ ਤੁਹਾਡੀ ਗੱਲਾਂ ਤੋਂ ਵੀਡੀਓ ਤਿਆਰ ਕਰਾਂਗੇ ਇਨਸ਼ਾਅੱਲਾ। ਇਜਾਜ਼ਤ ਦਿਓ, ਇੱਥੇ ਟੈਲੀਫੋਨ ਨੰਬਰ ਜਿਹੜਾ ਨਾ ਮਤਲਬ WhatsApp ਦਾ, ਉਹ ਅਸੀਂ ਡਿਸਪਲੇ ਜ਼ਰੂਰ ਕਰ ਦੇਵਾਂਗੇ, ਕਰ ਰਹੇ ਹਾਂ ਬਲਕਿ, ਅਤੇ ਉਹ ਤੁਸੀਂ ਸਾਡੇ ਨਾਲ ਰਾਬਤੇ 'ਚ ਰਿਹਾ ਕਰੋ, ਦੱਸਿਆ ਕਰੋ। ਹਾਂਜੀ, ਸਾਰੀਆਂ ਗੱਲਾਂ, ਸਾਰੀਆਂ ਬਾਤਾਂ, ਅਤੇ ਫਿਰ ਇਨਸ਼ਾਅੱਲਾ ਅੱਲਾ ਚਾਹੇਗਾ ਤਾਂ ਫਿਰ ਮੁਲਾਕਾਤ ਹੋਏਗੀ। ਜਿਉਂਦੇ ਰਹੇ ਤੇ ਮਿਲਾਂਗੇ ਫਿਰ ਤੈਨੂੰ, ਮਰ ਗਏ ਤੇ ਦਿਲੋਂ ਵਿਸਾਰਨਾ ਨਹੀਂ। ਹਾਂ, ਜਿਉਂਦੇ ਅੱਲਾ ਵੇਲੇ, ਅੱਲਾ ਵੇਲੇ।